ਪ੍ਰਵਾਸ ਦੇ ਸੈਗਮੈਂਟ 'ਚ ਜਰਨੈਲ ਬਸੋਤਾ ਵੱਲੋਂ ਆਪ ਸਭ ਦਾ ਸਵਾਗਤ ਹੈ। ਇਸ ਸੈਗਮੈਂਟ 'ਚ ਗੱਲਬਾਤ ਕਰਾਂਗੇ BC ਦੇ ਵਿੱਚ ਹਾਲ ਹੀ ਦੇ ਵਿੱਚ ਜੋ ਹੜ੍ਹਾਂ ਨਾਲ ਸੰਕਟ ਖੜਾ ਹੋਇਆ ਹੈ, ਡਿੱਗਾਂ ਡਿੱਗੀਆਂ ਨੇ, ਉਸ ਨਾਲ ਸੰਕਟ ਹੋਰ ਵੀ ਵੱਧ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਹਰਕੇਵਲ ਰੱਕੜ ਜੀ। ਰੱਕੜ ਸਾਹਿਬ, ਸਵਾਗਤ ਹੈ ਆਪ ਜੀ ਦਾ। ਬਹੁਤ ਬਹੁਤ ਧੰਨਵਾਦ ਬਸੋਤਾ ਜੀ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਕੜ ਸਾਹਿਬ, ਪਿਛਲੇ ਦਿਨੀ BC ਦੇ ਵਿੱਚ ਜੋ ਹੜ੍ਹ ਆਇਆ, ਹਾਂਜੀ, ਉਸ ਦੇ ਨਾਲ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਏ ਨੇ, ਫਸਲਾਂ ਤਬਾਹ ਹੋ ਗਈਆਂ ਨੇ, ਜਾਨਵਰ ਮਰ ਗਏ ਨੇ, ਈਵਨ ਜਾਨੀ ਨੁਕਸਾਨ ਵੀ ਹੋਇਆ ਹੈ ਇਨਸਾਨਾਂ ਦਾ। ਬਿਲਕੁਲ। ਇਸ ਦੇ ਨਾਲ ਹੀ ਜਦੋਂ ਕਹਿੰਦੇ ਨੇ ਪਰਲੋ ਆ ਗਈ, ਜਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ, ਅਤੇ ਇਸ ਦੇ ਨਾਲ ਢਿੱਗਾਂ ਵੀ ਡਿੱਗੀਆਂ ਨੇ। ਸੋ ਇਹ ਜੋ ਕੁਦਰਤੀ ਆਫਤ ਆਈ ਹੈ, ਇਸ ਬਾਰੇ ਦੱਸੋ ਪਹਿਲਾਂ। ਇਹ ਆਫਤ ਦੇ ਕਿਉਂ ਅਤੇ ਕਿਵੇਂ ਆਈ? ਆਫਤ ਬਾਰੇ ਜਿਵੇਂ ਕਿਹਾ ਜਾ ਰਿਹਾ ਜੀ, ਆਫਤਾਂ ਪਹਿਲਾਂ ਤੋਂ ਹੁੰਦੀਆਂ ਆਈਆਂ, ਹਰੇਕ 20-25 ਸਾਲ ਬਾਅਦ ਕਿਤੇ ਨਾ ਕਿਤੇ ਕੁਛ ਇੱਦਾਂ ਦਾ ਵਾਪਰਦਾ, ਪਰ ਉਹਦੇ ਪਿੱਛੇ ਕਾਰਨ ਆ ਜਿਹੜੇ ਉਹ ਅਲੱਗ-ਅਲੱਗ ਹੁੰਦੇ ਰਹੇ। ਪਰ ਇਸ ਬਾਰੇ ਜਿਹੜਾ ਮੇਨ ਕਾਰਨ ਦਿੱਤਾ ਜਾ ਰਿਹਾ ਕਲਾਈਮੇਟ ਚੇਂਜ ਦਾ ਹੀ ਦਿੱਤਾ ਜਾ ਰਿਹਾ, ਕਿਉਂਕਿ ਇਹ ਉਹ ਖਿੱਤਾ ਨਾਰਥ ਅਮਰੀਕਾ ਦਾ ਕਿ ਜਦੋਂ ਕਿਹਾ ਜਾਂਦਾ ਦੁਨੀਆ ਗਰਮ ਹੋ ਰਹੀ ਹੈ। ਬਾਕੀ ਦੁਨੀਆ 'ਚ ਜਿੰਨਾ ਟੈਂਪਰੇਚਰ ਵੱਧਦਾ, ਨਾਰਥ ਅਮਰੀਕਾ 'ਚ ਉਹਦੇ ਨਾਲੋਂ ਦੁੱਗਣਾ ਟੈਂਪਰੇਚਰ ਵਧਣਾ। ਇਹ ਪਹਿਲਾਂ ਦੀ ਵਾਰਨਿੰਗ ਸੀ। ਜੇ ਬਾਕੀਆਂ 'ਚ 1 ਡਿਗਰੀ ਵਧੂ, ਇੱਥੇ 2 ਵਧੂਗਾ। ਜਦੋਂ 2 ਵਧੂਗਾ ਤਾਂ ਇਹ ਚੀਜ਼ਾਂ ਜਿਹੜੀਆਂ ਰਿਪੀਟ ਹੋਣਗੀਆਂ। ਜਿਵੇਂ ਹੁਣੇ ਕੁਛ ਮਹੀਨੇ ਪਹਿਲਾਂ ਜਿਹੜੇ ਏਰੀਏ ਅੱਗ ਲੱਗਣ ਕਰਕੇ ਖਾਲੀ ਕਰਾਏ ਸੀ, ਉਹੀ ਏਰੀਏ ਹੁਣ ਪਾਣੀ ਆਉਣ ਕਰਕੇ ਖਾਲੀ ਕਰਾਉਣੇ ਪੈ ਗਏ। ਸੋ ਕਿਉਂਕਿ ਵਾਰ-ਵਾਰ ਆਫਤਾਂ ਦਾ ਜਿਹੜਾ ਆਉਣਾ, ਉਹ ਇੱਕ ਤਾਂ ਉਹ ਵੱਧ ਰਿਹਾ ਬਹੁਤ ਜ਼ਿਆਦਾ, ਬਹੁਤ ਛੇਤੀ ਆ ਰਹੀਆਂ, ਦੂਜੇ ਉਹਨਾਂ ਦੇ ਪਿੱਛੇ ਕਾਰਨ ਬਦਲ ਰਹੇ। ਸੋ ਜਿਹਦੇ ਕਰਕੇ ਇਹ ਜਿਹੜਾ ਦੁਬਾਰਾ ਵੀ ਹੁਣ ਵੀ ਇਹੀ ਦੱਸਿਆ ਜਾ ਰਿਹਾ, ਜਿਹੜੇ ਐਕਸਪਰਟਸ ਆ, ਕਿ ਉਹਦੇ ਪਿੱਛੇ ਮੇਨ ਕਾਰਨ ਆ ਜਿਹੜਾ ਕਲਾਈਮੇਟ ਚੇਂਜ ਨੂੰ ਮੰਨਿਆ ਜਾ ਰਿਹਾ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ? ਨੁਕਸਾਨ ਤਾਂ ਹਜੇ ਤੱਕ ਕੋਈ ਅੰਦਾਜ਼ਾ ਹੀ ਨਹੀਂ ਆਪਾਂ ਕਹਿ ਸਕਦੇ। ਜਾਨੀ ਨੁਕਸਾਨ ਵੀ ਆ, ਮਾਲੀ ਦਾ ਤਾਂ ਕੋਈ ਅੰਤ ਹੀ ਨਹੀਂ, ਜਿਹਦੇ ਵਿੱਚ ਜਾਨਵਰਾਂ ਦਾ ਮਰਨਾ, ਜਿਹਨਾਂ 'ਚ ਬਹੁਤ ਪਾਲਤੂ ਜਾਨਵਰ ਜਿਹੜੇ ਬਹੁਤ ਕੱਢੇ ਜਾ ਚੱਕੇ। ਜਿਹੜਾ ਵੱਡਾ ਜਾਨਵਰ ਉਹ ਤਾਂ ਕਿਸੇ ਤਰੀਕੇ ਕੱਢ ਲਿਆ, ਪਰ ਜਿਹੜੇ ਛੋਟੇ ਜਾਨਵਰ ਸੀ ਬਹੁਤ, ਉਹ ਮਾਰੇ ਗਏ ਜੀ। ਉਹ ਤਾਂ ਗਿਣਤੀ ਕਿਸੇ ਹਜੇ ਉਹਦੇ ਵਿੱਚ ਆਈ ਨਹੀਂ ਕੋਈ, ਪਰ ਬਹੁਤ ਵੱਡੇ ਨੁਕਸਾਨ ਦੀ ਮਾਲੀ ਤੌਰ 'ਤੇ ਵੀ। ਜੇ ਆਪਾਂ ਦੇਸ਼ ਦੇ ਸਰਮਾਏ ਦੀ ਵੀ ਗੱਲ ਕਰੀਏ, ਸੜਕਾਂ ਦੀ ਗੱਲ ਕਰੀਏ, ਪੁਲਾਂ ਦੀ ਗੱਲ ਕਰੀਏ ਜੀ, ਜਿਹੜੇ ਕਿ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ, ਵਾਸ਼ ਆਊਟ ਹੋ ਗਏ ਪੂਰੀ ਤਰ੍ਹਾਂ। ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਜਿਹੜੀ BC ਸਰਕਾਰ ਹੈ ਇਸ ਸੰਕਟ ਦੇ ਲਈ ਤਿਆਰ ਨਹੀਂ ਸੀ। ਬਿਲਕੁਲ ਜੀ। ਇਹ ਕਈ ਵਾਰ ਸਡਨਲੀ ਜਿਹੜਾ ਵਾਪਰਦਾ, ਕਈ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਸਾਰੇ BC ਦੇ ਵਿੱਚ ਇਹ ਰਿਹਾ। ਤਿਆਰੀ ਤਾਂ ਹੈ ਨਹੀਂ ਸੀ ਬਿਲਕੁਲ, ਕਿਉਂਕਿ ਉਹ ਤੋਂ ਬਾਅਦ ਵੀ ਆਪਾਂ ਦੇਖ ਰਹੇ ਹਾਂ ਕਿ ਕਿੰਨੇ ਦਿਨ ਲੋਕ ਜਿਹੜੇ ਫਸੇ ਰਹੇ, ਉਹਨਾਂ ਨੂੰ ਕਾਫੀ ਟਾਈਮ ਆ ਜਿਹੜਾ ਲੱਗਿਆ, ਕਿਉਂਕਿ ਹਾਈਵੇ ਜਿਵੇਂ BC ਦਾ ਇਲਾਕਾ ਹੈ ਕਿ ਪਹਾੜੀ ਇਲਾਕਾ ਬਹੁਤ ਹੈ। ਸੋ ਬਹੁਤ ਤੰਗ ਜਗ੍ਹਾ ਦੇ ਵਿੱਚ ਨੂੰ ਹਾਈਵੇ ਬਣੇ ਹੋਏ ਆ। ਇੱਕ ਵਾਰ ਉਹ ਟੁੱਟ ਗਿਆ, ਉਹਨੂੰ ਅਲਟਰਨੇਟ ਉਹਦੇ ਵਾਸਤੇ ਤਿਆਰ ਕਰਨਾ ਬੜਾ ਟਾਈਮ ਲੱਗਦਾ। 2 ਪਾਸਿਓਂ ਹਾਈਵੇ ਜਦੋਂ ਟੁੱਟ ਜਾਂਦਾ, ਉਹਦੇ ਵਿੱਚ ਜਿਹੜੇ ਲੋਕ ਫਸ ਗਏ, ਉਹਨਾਂ ਨੂੰ ਕੱਢਣ ਵਾਸਤੇ ਜਿਹੜੇ ਕਾਰਜ ਆ, ਉਹ ਕਾਫੀ ਟਾਈਮ ਜਿਹੜਾ ਜ਼ਰੂਰ ਲੱਗਿਆ ਜੀ। ਪਰ ਫਿਰ ਵੀ ਚਲੋ ਸਰਕਾਰ ਵੱਲੋਂ ਆਪਾਂ ਕਹਿ ਦਈਏ ਕਿ ਕਾਰਜ ਵਧੀਆ ਕੀਤੇ ਗਏ, ਟਾਈਮ ਜ਼ਰੂਰ ਲੱਗਿਆ ਜੀ, ਕੋਈ ਤਿਆਰੀ ਪੂਰੀ ਨਹੀਂ ਸੀ। ਹੁਣ BC ਦੇ 'ਚ ਜੋ ਰਸਤੇ ਬੰਦ ਹੋਏ ਨੇ, ਸਪਲਾਈ ਠੱਪ ਹੋ ਗਈ ਹੈ, ਅਤੇ ਇੱਧਰੋਂ ਉੱਧਰ ਜਾਣਾ, ਉੱਧਰੋਂ ਇੱਧਰ ਆਉਣਾ, ਇਹ ਸਾਰਾ ਕੁਛ ਰੁਕ ਗਿਆ। BC ਦੇ ਰਸਤੇ ਬੰਦ ਹੋਣ ਦਾ ਅਲਬਰਟਾ 'ਤੇ ਕੀ ਅਸਰ ਪੈ ਰਿਹਾ ਤੁਹਾਡੇ ਅਨੁਸਾਰ? ਬਿਲਕੁਲ ਜੀ, ਪੂਰੀ ਸਪਲਾਈ ਚੇਨ ਹੈ ਜਿਹੜੀ ਬਣੀ ਹੋਈ ਹੈ। ਬਹੁਤ ਸਮਾਨ ਇੱਧਰੋਂ ਉੱਧਰੋਂ ਜਾਂਦਾ ਉੱਧਰੋਂ ਇੱਧਰ ਅਲਬਰਟਾ ਵੱਲ ਨੂੰ ਪ੍ਰੋਡਿਊਸ ਕਿੰਨਾ ਆਉਂਦਾ। ਸੋ ਸਮਾਨ ਦਾ ਜਿਹੜਾ ਆਦਾਨ ਪ੍ਰਦਾਨ ਆ ਉਹ ਬਹੁਤ ਜ਼ਿਆਦਾ, ਜਿਹੜਾ ਕਿ ਹੁਣ BC ਟੋਟਲੀ ਟੁੱਟ ਗਿਆ। ਹਾਈਵੇ 1 ਦੀ ਗੱਲ ਕਰ ਲਈਏ, ਹਾਈਵੇ 9 ਦੀ ਗੱਲ ਕਰ ਲਈਏ, 99 ਦੀ ਗੱਲ ਕਰ ਲਈਏ, ਇੱਕੋ ਹਾਈਵੇ ਬਚਦਾ ਸੀ, ਉਹ ਵੀ ਬਾਅਦ ਦੇ ਵਿੱਚ ਟੁੱਟ ਗਿਆ। ਹੁਣ ਹਾਲਾਂਕਿ ਐਮਰਜੈਂਸੀ ਉਹਦੇ ਵਾਸਤੇ ਚਲਾਇਆ ਗਿਆ, ਹਾਈਵੇ 7 ਨੂੰ ਖੋਲ੍ਹਿਆ ਗਿਆ, ਪਰ ਹਜੇ ਵੀ ਲੰਬਾ ਟਾਈਮ ਹੈ ਜਿਹੜਾ ਲੱਗ ਸਕਦਾ। ਸੋ ਸਪਲਾਈ ਚੇਨ ਦੇ ਵਿੱਚ ਜਿਹੜੀ ਖੜੋਤ ਆਉਣੀ ਹੈ ਜੀ, ਉਹਨੇ ਜ਼ਰੂਰ ਪ੍ਰਭਾਵਿਤ ਕਰਨਾ, ਜਿਹਦਾ ਅਸਰ BC ਦੇ ਕਈ ਇਲਾਕਿਆਂ ਦੇ ਵਿੱਚ ਦਿਖ ਵੀ ਰਿਹਾ। ਜਿਹੜੇ ਸਟੋਰ ਆ ਜੀ, ਉਹਨਾਂ ਵਿੱਚ ਬਹੁਤ ਸਮਾਨ ਆ ਜਿਹੜਾ ਟੋਟਲੀ ਸੋਲਡ ਆਊਟ ਹੋ ਗਿਆ, ਅਤੇ ਹਜੇ ਉਹਦੀ ਸਪਲਾਈ ਹੈ ਜਿਹੜੀ ਉਹ ਵੀ ਆਉਣ ਨੂੰ ਬਹੁਤ ਟਾਈਮ ਲੱਗ ਸਕਦਾ। ਈਵਨ BC ਸਰਕਾਰ ਨੇ ਜੀ ਤੇਲ ਪਾਉਣ 'ਤੇ ਜਿਹੜੀ ਪਾਬੰਦੀ ਹਾਲ ਹੀ ਦੇ ਵਿੱਚ ਲਾਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਗੱਡੀ ਦੇ ਵਿੱਚ ਇੰਨਾ ਹੀ ਤੇਲ ਪਾ ਸਕਦੇ ਹੋ, ਤਾਂ ਕਿ ਲੋਕ ਕੋਈ ਜਿਹੜੀ ਸਟੋਰ ਕਰਕੇ ਨਾ ਰੱਖ ਸਕਣ, ਕਿ ਕਿਸੇ ਨੂੰ ਮਿਲੇ ਨਾ। ਇਹ ਤਾਂ BC 'ਤੇ ਹੋ ਗਿਆ। ਅਲਬਰਟਾ 'ਤੇ ਕੀ ਪ੍ਰਭਾਵ ਪੈਣ ਵਾਲਾ? ਅਲਬਰਟਾ 'ਤੇ ਵੀ ਉਹੀ ਸਪਲਾਈ ਚੇਨ ਟੁੱਟਣੇ ਵਾਲਾ ਕੰਮ। ਇੱਧਰੋਂ ਹੁਣ ਉੱਧਰੋਂ ਜਿਹੜਾ ਸਮਾਨ ਆ ਰਿਹਾ ਸੀ, ਉਹ ਕਿਸੇ ਵੀ ਤਰੀਕੇ ਹੁਣ BC ਤੋਂ ਅਲਬਰਟਾ ਤੱਕ ਨਹੀਂ ਆ ਰਿਹਾ। ਸੋ ਉਹਦੇ ਨਾਲ ਇੱਥੇ ਵੀ ਉਹ ਸਮਾਨ ਪੁੱਗ ਸਕਦਾ, ਅਤੇ ਨਾਲ ਉਹ ਜਿਹੜਾ ਮਹਿੰਗਾ ਵੀ ਹੋ ਸਕਦਾ, ਕਿ ਸਪਲਾਈ ਡਿਮਾਂਡ ਵਾਲਾ ਜਿਹੜਾ ਫਾਰਮੂਲਾ ਫਿਰ ਲੱਗਦਾ। ਡਿਮਾਂਡ ਉਹਦੀ ਉਨੀ ਓ ਰਹਿਣੀ ਹੈ, ਸਪਲਾਈ ਘੱਟ ਜਾਣੀ, ਤਾਂ ਉਹਦੀ ਮਹਿੰਗਾਈ ਹੈ ਜਿਹੜੀ ਉਹ ਵੀ ਆਉਂਦੇ ਦਿਨਾਂ 'ਚ ਆਪਾਂ ਨੂੰ ਦਿਖ ਸਕਦੀ ਹੈ। ਖਾਸ ਕਰਕੇ ਗਰੋਸਰੀ ਜੋ BC ਵੱਲੋਂ ਆ ਰਹੀ ਹੈ, ਅਤੇ ਉਹ ਸਪਲਾਈ ਟੁੱਟਣ ਕਾਰਨ ਗਰੋਸਰੀ ਦੀਆਂ ਕੀਮਤਾਂ ਦਿਨੀ ਦਿਨੀ
ਵੱਧ ਗਈਆਂ ਨੇ ਥੋੜਾ, ਹੁਣੇ ਉਸ ਦਾ ਅਸਰ ਨਜ਼ਰ ਆ ਰਿਹਾ। ਬਿਲਕੁਲ ਜੀ, ਈਵਨ US ਤੋਂ ਵੀ ਬਹੁਤ ਸਮਾਨ ਆ ਜਿਹੜਾ ਥਰੂ BC ਹੋ ਕੇ ਆਉਂਦਾ, ਉਹ ਵੀ ਸਪਲਾਈ ਟੁੱਟਣੀ ਹੈ। ਜਾਂ ਮੀਟ ਹੋ ਗਿਆ, ਜਿਹੜੀਆਂ ਰੋਜ਼ ਦੀਆਂ ਪ੍ਰੋਡਿਊਸ ਹੋ ਗਿਆ, ਜਿਹੜੀਆਂ ਰੋਜ਼ ਦੀਆਂ ਸਾਡੀਆਂ ਜ਼ਰੂਰਤਾਂ, ਸੋ ਸਾਰਿਆਂ ਨੂੰ ਪ੍ਰਭਾਵਿਤ ਦੋਵੇਂ ਪਾਸੇ ਜਿਹੜਾ ਜ਼ਰੂਰ ਪਊਗਾ। ਤੇਲ ਦੀ ਸਪਲਾਈ ਇੱਧਰੋਂ ਲਾ ਲਓ, ਬਹੁਤ ਸਮਾਨ ਆ ਜਿਹੜਾ ਇੱਧਰੋਂ ਜਾਂਦਾ ਤੇ ਉੱਧਰੋਂ ਆਉਂਦਾ। ਰਕੜ ਸਾਹਿਬ, ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈ, ਸਮੇਂ-ਸਮੇਂ ਸਿਰ ਕੁਦਰਤੀ ਆਫਤਾਂ ਦੁਨੀਆ 'ਤੇ ਆਉਂਦੀਆਂ ਰਹੀਆਂ ਨੇ ਤੇ ਆਉਂਦੀਆਂ ਰਹਿਣਗੀਆਂ। ਬਿਲਕੁਲ। ਪਰ ਅਜਿਹੀਆਂ ਕੁਦਰਤੀ ਆਫਤਾਂ ਦੇ ਦੌਰਾਨ, ਅਜਿਹੇ ਸੰਕਟ ਦੇ ਦੌਰਾਨ ਕੌਣ ਲੋਕ ਨੇ ਜੋ ਖੁੱਲ੍ਹ ਕੇ ਸਾਹਮਣੇ ਮਦਦ ਲਈ ਆਉਂਦੇ ਨੇ? ਖਾਸ ਕਰਕੇ ਆਹ ਜੋ ਹਾਲ ਹੀ ਦੇ ਵਿੱਚ BC ਦੇ ਵਿੱਚ ਸੰਕਟ ਖੜਾ ਹੋਇਆ ਹੈ, ਕਿਹੜੀਆਂ-ਕਿਹੜੀਆਂ ਸੰਸਥਾਵਾਂ ਸੀ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੋਗੇ, ਖੁੱਲ੍ਹ ਕੇ ਸਾਹਮਣੇ ਆਈਆਂ? ਕੌਣ ਲੋਕ ਸੀ ਉਹ? ਬਿਲਕੁਲ ਜੀ, ਬਹੁਤ ਸੰਸਥਾਵਾਂ, ਬਹੁਤ ਗੁਰਦੁਆਰਾ ਸਾਹਿਬ ਵੱਲੋਂ ਸਪੈਸ਼ਲੀ ਆਪਾਂ ਧੰਨਵਾਦ ਆਪਾਂ ਕਹਿ ਦਈਏ ਜਾਂ ਮਾਣ ਨਾਲ ਕਹਿ ਦਈਏ ਕਿ ਸਾਡੀ ਕਮਿਊਨਿਟੀ ਹੈ ਜਿਹੜੀ, ਉਹ ਵੀ ਬਹੁਤ ਅੱਗੇ ਆਈ ਹੈ। ਤੇ ਸਪੈਸ਼ਲੀ ਉਹ ਏਰੀਆ ਜਿਹੜਾ ਟੁੱਟ ਗਿਆ ਦੋਵੇਂ ਪਾਸਿਓਂ, ਨਾ ਉਹ BC ਨਾਲ ਲੱਗੇ ਰਹੇ, ਨਾ ਉਹ ਅਲਬਰਟਾ ਨਾਲ, ਵਿਚਾਲੇ ਫਸ ਗਿਆ ਆਪਾਂ ਕਹਿ ਦਈਏ, ਦੋਵੇਂ ਪਾਸੇ ਰੋਡ ਟੁੱਟ ਗਈ। ਸੋ ਉੱਥੇ ਜਿਹੜਾ ਸਮਾਨ ਪਹੁੰਚਾਉਣ ਦੇ ਵਿੱਚ ਈਵਨ ਬਹੁਤ ਸੰਸਥਾਵਾਂ ਆਈਆਂ ਜਿਨ੍ਹਾਂ ਨੇ ਆਪਣੇ ਹੈਲੀਕਾਪਟਰ ਕੀਤੇ, ਰੈਂਟ ਕੀਤੇ ਜਾਂ ਹਾਇਰ ਕੀਤੇ, ਉਹਨਾਂ ਨਾਲ ਜਿਹੜਾ ਸਮਾਨ ਦੀ ਸਪਲਾਈ ਤੇ ਲੋਕ ਉੱਥੋਂ ਕੱਢੇ ਆ। ਬਹੁਤ ਕੰਪਨੀਆਂ ਜਿਨ੍ਹਾਂ ਦੇ ਡਰਾਈਵਰ ਸੀ ਫਸੇ ਹੋਏ, ਉਹ ਟਰੱਕ ਛੱਡ ਕੇ ਉੱਥੋਂ ਡਰਾਈਵਰ ਆਪਣੇ ਕੱਢੇ ਆ। ਸੋ ਬਹੁਤ ਸੰਸਥਾਵਾਂ ਜਿਨ੍ਹਾਂ ਨੇ ਇਨਸਾਨੀ ਤੌਰ 'ਤੇ ਅੱਗੇ ਆ ਕੇ ਬਾਂਹ ਫੜੀ ਹੈ ਇਸ ਵਕਤ ਜਦੋਂ ਜ਼ਰੂਰਤ ਸੀ ਕਿਸੇ ਨੂੰ। ਸੋ ਉਹਦੇ ਵਿੱਚ ਆਪਣਾ ਭਾਈਚਾਰਾ ਵੀ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਦੋਵੇਂ ਪਾਸਿਓਂ ਅਲਬਰਟਾ ਤੋਂ ਵੀ BC ਤੋਂ ਵੀ ਰਿਹਾ। ਸੋ ਮਾਣਮੱਤੀ ਗੱਲ ਹੈ, ਜਦੋਂ ਕਿਤੇ ਵੀ ਚਾਹੇ ਹੈਤੀ 'ਚ ਕੁਦਰਤੀ ਆਫਤ ਹੋਵੇ, ਚਾਹੇ ਫੋਰਟ ਮੈਗਰ 'ਚ ਅੱਗ ਦਾ ਮਾਮਲਾ ਹੋਵੇ, ਚਾਹੇ ਜਾਪਾਨ ਦੇ ਵਿੱਚ ਕ੍ਰਾਈਸਿਸ ਖੜੇ ਹੋਏ ਹੋਣ, ਕੁਦਰਤੀ ਸੰਕਟ ਆਇਆ ਹੋਵੇ, ਚਾਹੇ BC ਦੇ ਵਿੱਚ ਆਹ ਜਿਹੜਾ ਹਾਲ ਹੀ ਸੰਕਟ ਹੈ, ਜਦੋਂ ਕਦੇ ਵੀ ਭੀੜ ਬਣੀ ਹੈ, ਸੰਕਟ ਖੜਾ ਹੋਇਆ, ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਆਪਣੇ ਭਾਈਚਾਰੇ ਨੇ ਖੁੱਲ੍ਹ ਕੇ ਸਹਿਯੋਗ ਦਿੱਤਾ ਹੈ, ਡਟ ਕੇ ਖੜੇ ਨੇ, ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਤੇ ਇਸ ਵੇਲੇ ਵੀ ਨਿਭਾ ਰਹੇ ਨੇ। ਬਿਲਕੁਲ ਜੀ, ਫਲਸਫਾ ਮਿਲਿਆ ਹੋਇਆ, ਇਤਿਹਾਸ 'ਚੋਂ ਮਿਲਿਆ ਹੋਇਆ, ਇੱਕ ਕਿ ਹਮਵਾਰਕ ਦਾ ਮਿਲਿਆ ਹੋਇਆ, ਕੁਦਰਤ ਦੇ ਸਭ ਬੰਦਿਆਂ ਦਾ ਮਿਲਿਆ ਹੋਇਆ, ਇਨਸਾਨੀਅਤ ਦਾ ਮਿਲਿਆ ਹੋਇਆ। ਸੋ ਕਿਤੇ ਨਾ ਕਿਤੇ ਉਹ ਫਲਸਫਾ ਜਿਹੜਾ ਸਾਡੇ ਅੱਗੇ ਆਉਂਦਾ, ਜਦ ਵੀ ਕੋਈ ਦਿਖਦਾ ਲੋੜਵੰਦ, ਸੋ ਨਾਲ ਹੋ ਕੇ ਸਾਰਾ ਭਾਈਚਾਰਾ ਉਹ ਖੜਦਾ ਜੀ। ਤੇ ਇਸ ਵਾਰ ਵੀ ਜਿਹੜਾ ਇੱਕ ਸਬੂਤ ਆ ਉਹ ਪੇਸ਼ ਕਰਿਆ, ਬਲਕਿ ਆਪਣੇ ਭਾਈਚਾਰੇ ਨੂੰ ਦੇਖ ਕੇ ਹੋਰ ਭਾਈਚਾਰਿਆਂ ਜਿਹੜੇ ਉਹ ਵੀ ਸਾਹਮਣੇ ਆਏ ਨੇ, ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਤੇ ਇਸ ਦੇ ਨਾਲ ਹੀ ਸਰਕਾਰਾਂ ਨੇ ਵੀ, ਫੈਡਰਲ ਸਰਕਾਰ ਨੇ, ਜਦੋਂ ਹਾਲਾਂਕਿ ਜਸਟਿਨ ਟਰੂਡੋ ਉਨੀ ਦਿਨੀ ਅਮਰੀਕਾ 'ਚ ਗਏ ਹੋਏ ਸੀ ਤੇ ਉਹਨਾਂ ਨੇ ਫੌਰਨ ਐਲਾਨ ਕੀਤਾ ਹੈ ਜੋ ਸੰਕਟ 'ਚ ਫਸੇ ਹੋਏ ਲੋਕ ਨੇ ਉਹਨਾਂ ਦੀ ਮਦਦ ਕਰਨ ਦਾ। BC ਸਰਕਾਰ ਖੁੱਲ੍ਹ ਕੇ ਸਾਹਮਣੇ ਆਈ ਹੈ, ਅਲਬਰਟਾ ਸਰਕਾਰ ਨੇ ਵੀ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ, ਸਸਕੈਚੁਅਨ ਨੇ ਵੀ ਐਲਾਨ ਕੀਤਾ। ਸੋ ਲੋਕਾਂ ਦੇ ਨਾਲ ਨਾਲ ਸਰਕਾਰਾਂ ਵੀ ਸਾਹਮਣੇ ਆਈ ਨੇ, ਚਾਹੇ ਉਹ ਸੂਬਾ ਸਰਕਾਰਾਂ ਹੋਣ, ਚਾਹੇ ਫੈਡਰਲ ਸਰਕਾਰਾਂ ਹੋਣ। ਬਿਲਕੁਲ ਜੀ, ਜ਼ਿੰਮੇਵਾਰੀ ਵੀ ਬਣਦੀ ਹੈ ਤੇ ਸਰਕਾਰਾਂ ਨੇ ਨਿਭਾਈ ਵੀ ਹੈ, ਇਹਦੇ ਵਿੱਚ ਕੋਈ ਉਹ ਨਹੀਂ। ਸਾਰੀਆਂ ਸਰਕਾਰਾਂ, ਚਾਹੇ ਆਂਢ ਗੁਆਂਢ ਦੇ ਸੂਬਿਆਂ ਦੀਆਂ ਸੀ, ਸਭ ਨੇ ਜਿਹੜਾ ਇਹ ਗੱਲ ਕਹੀ ਹੈ ਵੀ ਕਿਤੇ ਵੀ ਲੋੜ ਆ, ਚਾਹੇ ਆਪਾਂ ਪਿਛਲੀ ਅੱਗਾਂ ਦੀ ਵੀ ਗੱਲ ਕਰੀਏ, ਉਦੋਂ ਵੀ ਈਵਨ ਇੰਟਰਨੈਸ਼ਨਲ ਸਰਕਾਰਾਂ ਨੇ ਵੀ ਬਾਹਰੋਂ ਵੀ ਆਪਣੇ ਜਿਹੜੇ ਸਕੁਐਡ ਉਹ ਭੇਜੇ ਸੀ ਜੀ ਜਿਹੜੇ ਅੱਗ ਬੁਝਾਉਣ ਵਾਸਤੇ। ਸੋ ਇਹ ਹੱਥੋਂ, ਜਿਹਨੂੰ ਆਪਾਂ ਕਹਿ ਦਿੰਦੇ ਕਿ ਹੱਥ ਨੂੰ ਹੱਥ ਆ ਜੀ, ਕਦੇ ਉੱਧਰ ਕਦੇ ਇੱਧਰ, ਤੇ ਨਾਲ ਖੜਨਾ ਜ਼ਿੰਮੇਵਾਰੀ ਬਣਦੀ ਵੀ ਇਨਸਾਨੀ ਤੌਰ 'ਤੇ। ਸੋ ਦੋਸਤੋ, ਇਹ ਸੀ ਸਾਡੀ ਚਰਚਾ, ਤੇ ਆਓ ਰਲ ਮਿਲ ਕੇ ਇਸ ਸੰਕਟ ਦੀ ਘੜੀ 'ਚ ਸਾਰੇ ਰਲ ਮਿਲ ਕੇ ਸਾਥ ਦਈਏ। ਸੋ ਇਸ ਦੇ ਨਾਲ ਇਹ ਜੋ ਵਿਚਾਰ ਚਰਚਾ ਇਸ ਸੈਗਮੈਂਟ 'ਚ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਰ। ਬਹੁਤ ਬਹੁਤ ਧੰਨਵਾਦ ਸੰਤਾ ਜੀ। ਆਸ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਵਿੱਚ ਕੋਈ ਵੀ ਇਸ਼ਤਿਹਾਰ ਜਾਂ ਸੂਚਨਾ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਨੂੰ ਸੰਪਰਕ ਕਰ ਸਕਦੇ ਹੋ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫਤੇ ਫਿਰ ਮਿਲਣ ਦੇ ਵਾਅਦੇ ਨਾਲ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।